ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣ ਨਿਧਾਨ, ਦੀਨਾ ਬੰਧੂ ਪਤਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਔਰ ਕਿਰਪਾਲਤਾ ਦਾ ਸਦਕਾ ਸੰਤ ਬਾਬਾ ਗੁਰਦਿਆਲ ਸਿੰਘ ਜੀ ਔਰ ਸਾਰਾ ਪਰਿਵਾਰ, ਨਗਰ ਪੰਚਾਇਤ, ਇਲਾਕਾ, ਦੇਸ਼ ਪ੍ਰਦੇਸ਼ ਦੀਆਂ ਸਮੂਹ ਸੰਗਤਾਂ ਅਤੇ ਸਾਰੇ ਹੀ ਮਹਾਂਪੁਰਖ ਬੜੇ ਪਿਆਰ ਸਤਿਕਾਰ ਦੇ ਨਾਲ ਅੱਜ ਮਹਾਨ ਸ਼ਖਸੀਅਤ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦਾ ਜੋ ਇਹ ਪ੍ਰਕਾਸ਼ ਪੁਰਬ ਹੈ, ਇਸ ਨੂੰ ਮਨਾਉਣ ਦਾ ਅਸੀਂ ਸਾਰੇ ਹੀ ਸੁਭਾਗ ਪ੍ਰਾਪਤ ਕਰ ਰਹੇ ਹਾਂ। ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਹਨ ਔਰ ਮਹਾਂਪੁਰਖਾਂ ਦਾ ਜੋ ਪਵਿੱਤਰ ਸਥਾਨ ਹੈ, ਦਰਸ਼ਨ ਮੇਲੇ ਕਰਕੇ, ਲੰਗਰ ਜਲ ਪਾਣੀ ਛਕ ਕੇ ਦੀਵਾਨ ਵਿੱਚ ਹਾਜ਼ਰੀ ਭਰ ਰਹੀਆਂ। ਜਿੰਨੀਆਂ ਸੰਗਤਾਂ ਆਲੇ ਦੁਆਲੇ ਵਿਚਰ ਰਹੀਆਂ, ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਬੇਨਤੀ ਹੈ ਕਿ ਉਹ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਜ਼ਰੂਰ ਕਰੋ। ਜਿੰਨਾ ਸਮਾਂ ਹੈ ਸ਼ਰਧਾ ਭਗਤੀ ਦੇ ਨਾਲ ਕਥਾ ਕੀਰਤਨ ਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਲਾਭ ਪ੍ਰਾਪਤ ਕਰੋਗੇ, ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਜਿਸਟਰ ਵਿੱਚ ਹੋਣੀ ਹੈ। ਅਤੇ ਜੇ ਬਹਿ ਗਏ ਖਲੋ ਗਏ ਉਕਤਾਏ ਮਨ ਦੇ ਨਾਲ, ਫਿਰ ਮਹਾਰਾਜ ਦੀ ਹਾਜ਼ਰੀ ਨਹੀਂ ਲੱਗਦੀ। ਕਿਉਂਕਿ ਕਲਾਸ ਲੱਗੀ ਹੈ, ਟੀਚਰ ਪੜ੍ਹਾਉਂਦਾ ਹੋਵੇ, ਵਿਦਿਆਰਥੀ ਕੋਈ ਬਹਿ ਜਾਏ, ਕੋਈ ਉੱਠ ਖੜ੍ਹਾ ਹੋਵੇ, ਕੋਈ ਇੱਧਰ ਉੱਧਰ ਘੁੰਮੀ ਜਾਏ, ਫਿਰ ਉਹ ਜਮਾਤ ਵਾਲਾ ਜਾਂ ਕਲਾਸ ਵਾਲਾ ਜਿਹੜਾ ਮਾਹੌਲ ਬਣਦਾ ਨਹੀਂ। ਇਸ ਵਾਸਤੇ ਸਾਰੀਆਂ ਸੰਗਤਾਂ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਹ ਪਾਈਐ ਠਾਓ। ਸੋ ਇਸ ਵਾਸਤੇ ਅੱਜ ਅਸੀਂ ਉਸ ਸਥਾਨ 'ਤੇ ਆਏ ਹਾਂ ਜਿੱਥੇ ਮਹਾਨ ਸ਼ਖਸੀਅਤ ਨੇ ਅੱਜ ਤੋਂ ਕਿੰਨੀ ਸਦੀ ਪਹਿਲਾਂ 1870 ਤੇ ਸਰਦਾਰ ਬਾਬਾ ਬੂੜ ਸਿੰਘ ਜੀ ਔਰ ਮਾਤਾ ਪ੍ਰਧਾਨ ਕੌਰ ਜੀ, ਉਹਨਾਂ ਦੀ ਵੀ ਪਿਛਲੀ ਕੋਈ ਤਪੱਸਿਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਐਸੇ ਮਹਾਂਪੁਰਖ ਰੂਪੀ ਸੁਪੁੱਤਰ ਮਿਲੇ। ਕਿਉਂਕਿ ਗ੍ਰੰਥਕਾਰ ਦੱਸਦੇ ਹੈ ਕਿ ਜਾਂ ਤਾਂ ਕੋਈ ਵੱਡਾ ਸੰਤ ਆਵੇ, ਜਾਂ ਕੋਈ ਸੂਰਮਾ, ਜਾਂ ਕੋਈ ਦਾਨੀ ਪਰਉਪਕਾਰੀ ਹੋਵੇ। ਦਸਮ ਗੁਰੂ ਜੀ ਲਿਖਦੇ ਹੈ, ਗਾਮ ਵਸਤ ਜਾਣਿਓ ਨਹੀਂ, ਕਬਹੂੰ ਕੋਈ ਹਥਿਆਰ ਫੜ ਕੇ ਯੁੱਧ ਨਹੀਂ ਕੀਤਾ, ਤੇ ਕਬਹੂੰ ਰਣ ਜੂਝਿਓ ਨਹੀਂ, ਕਛ ਦੇ ਜਸ ਨ ਲੀਨ, ਗਾਮ ਵਸਤ ਜਾਣਿਓ ਨਹੀਂ, ਜਮ ਸਿਉ ਕੇਨ ਕਹਿ ਦੇਨ। ਨਾ ਤਾਂ ਸ਼ਾਸਤਰ ਫੜ ਕੇ ਕੋਈ ਧਰਮ ਯੁੱਧ ਲੜਿਆ, ਦੇਸ਼ ਕੌਮ ਗਊ ਗਰੀਬ ਧੀ ਭੈਣ ਦੀ ਰੱਖਿਆ ਕੀਤੀ, ਐਸਾ ਸੂਰਮਾ ਵੀ ਨਹੀਂ ਬਣਿਆ, ਤੇ ਦਾਨੀ ਵੀ ਕਰਨ ਵਾਂਗੂ ਨਹੀਂ ਬਣਿਆ, ਤੇ ਬਾਬਾ ਦੀਪ ਸਿੰਘ ਵਰਗਾ ਸੂਰਮਾ ਵੀ ਨਹੀਂ ਬਣਿਆ,
ਤੇ ਭਾਈ ਸਾਹਿਬ ਭਾਈ ਮਨੀ ਸਿੰਘ ਵਰਗਾ 58 ਇੱਕ ਪਰਿਵਾਰ ਦੇ ਸ਼ਹੀਦ ਕਰਾਇਆ, ਸਾਦਾਨੀ ਵੀ ਨਹੀਂ ਬਣਿਆ। ਔਰ ਸੰਤ ਵੀ ਨਹੀਂ ਬਣਿਆ, ਆਤਮਾ ਗਿਆਨ ਪ੍ਰਾਪਤ ਕਰਨ ਵਾਲਾ। ਪਿੰਡ ਵਿੱਚ ਰਹਿੰਦਿਆਂ ਉਹਨੂੰ ਕੋਈ ਜਾਣਦਾ ਨਹੀਂ, ਇਲਾਕੇ 'ਚ ਨਹੀਂ ਜਾਣਦਾ। ਮਹਾਰਾਜ ਕਹਿੰਦੇ ਬੜੀ ਹੈਰਾਨੀ ਦੀ ਗੱਲ ਆ ਕਿ ਧਰਮਰਾਜ ਨੂੰ ਕਹਿੰਦਾ ਦੱਸਤਾ ਕਿ ਉਹ ਫਲਾਣੇ ਥਾਂ ਰਹਿ ਰਿਹਾ, ਉਸਨੇ ਉਹਨੂੰ ਉੱਥੋਂ ਵੀ ਲੱਜ ਲਿਆ। ਜਮਰਾਜ ਨੇ, ਇਹ ਦੁਆਬੇ ਦੀ ਧਰਤੀ ਹੈ, ਇੱਥੇ ਬੜੀਆਂ ਸ਼ਖਸੀਅਤਾਂ ਹੋਈਆਂ। ਸੰਤ ਬਾਬਾ ਹਰਨਾਮ ਸਿੰਘ ਜੈਨ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖਵਾਲ ਵਾਲੇ, ਤੁਹਾਡੇ ਨੇੜੇ ਸੰਤ ਬਾਬਾ ਪ੍ਰੇਮ ਸਿੰਘ ਬੇਗੋਵਾਲ, ਬਾਬਾ ਮਾਝਾ ਸਿੰਘ ਜੀ। ਔਰ ਇਸ ਨਗਰ ਵਿੱਚ ਜਿਨ੍ਹਾਂ ਦਾ ਆਪਾਂ ਇਹ ਪ੍ਰਕਾਸ਼ ਉਤਸਵ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ, ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ। ਇਹ ਸਾਰੀ ਵਡਿਆਈ ਬਰਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਦਸਮ ਗੁਰੂ ਜੀ ਨੇ ਖਾਲਸੇ ਪੰਥ ਦੇ ਅੰਦਰ ਕੌਮ ਸਭ ਨੂੰ ਛੋਟੀ ਹੈ, ਗਿਣਤੀ ਬੜੀ ਘੱਟ ਹੈ। ਇਸ ਕੌਮ ਨੇ ਨਿਸ਼ਾਨ ਬੜੇ ਚਲਾਏ ਆ, ਗੁਰੂ ਘਰ ਬੜੇ ਬਣਾਏ ਆ, ਦੇਸਾਂ ਪ੍ਰਦੇਸਾਂ ਦੇ ਜੰਗਲ ਵੱਢ ਵੱਢ ਧਰਤੀ ਆਬਾਦ ਕੀਤੀ ਹੈ, ਲੋਕਾਂ ਨੂੰ ਅੰਨ ਦਿੱਤਾ, ਲੰਗਰ ਦਿੱਤਾ ਔਰ ਰੱਖਿਆ ਕੀਤੀ ਹਰ ਤਰ੍ਹਾਂ। ਬੜੇ ਬੜੇ ਜੰਗ ਯੁੱਧ ਇਹਨਾਂ ਨੇ ਫਤਿਹ ਕੀਤੇ ਹੈ। ਔਰ ਧਰਮ ਪ੍ਰਚਾਰ ਕਿੰਨਾ ਕੁਝ ਕੀਤਾ, ਸਾਰੀ ਦੁਨੀਆ ਨੂੰ ਗਿਣ ਲਿਆ ਜਾਏ। ਸਿੱਖ ਕੌਮ ਜਿਹੜੀ ਹੈ, ਲੋਕ ਕਹਿੰਦੇ ਆਟੇ ਵਿੱਚ ਲੂਣ ਆ, ਪਰ ਲੂਣ ਥੋੜ੍ਹਾ ਜਿਹਾ ਜ਼ਿਆਦਾ ਪੈ ਜਾਏ ਤੇ ਫਿਰ ਰੋਟੀ ਖਾਧੀ ਨਹੀਂ ਜਾਂਦੀ। ਹੈ ਥੋੜ੍ਹੇ ਪਰ ਬਰਕਤ ਬਹੁਤ ਹੈ। ਜਿੰਨੇ ਇਸ ਕੌਮ ਨੇ ਬ੍ਰਹਮ ਗਿਆਨੀ ਮਹਾਂਪੁਰਖ ਪੈਦਾ ਕੀਤੇ ਆ, ਸੂਰਮੇ ਪੈਦਾ ਕੀਤੇ ਆ, ਸ਼ਹੀਦ ਪੈਦਾ ਕੀਤੇ ਆ, ਦਾਨੀ ਤਿਆਗੀ ਬਰਾਗੀ ਪਰਉਪਕਾਰੀ ਕੁਰਬਾਨੀ ਵਾਲੇ ਪੈਦਾ ਕੀਤੇ ਆ, ਉਹ ਦੁਨੀਆ ਦੀ ਕਿਸੇ ਕੌਮ ਦੇ ਹਿੱਸੇ ਵਿੱਚ ਨਹੀਂ ਆਇਆ। ਅੱਜ ਇਹ ਨਗਰੀ, ਕਿਉਂਕਿ ਸ਼ੇਖ ਸ਼ਾਦੀ ਜੀ ਦੇ ਉਹ ਬਚਨ ਆ, ਵਿਆਖਿਆ ਕਰੀਏ ਲੰਮੀ ਹੁੰਦੀ ਹੈ ਕਿ ਉਹ ਬੱਚੀ ਨੇ ਮਿੱਟੀ ਪੁੱਟੀ ਤੇ ਉਹਦੇ 'ਚ ਖੁਸ਼ਬੂ ਆ ਰਹੀ ਸੀ। ਉਸਨੇ ਕਿਹਾ ਮਿੱਟੀ 'ਚੋਂ ਖੁਸ਼ਬੂ ਆ ਰਹੀ ਹੈ। ਕਹਿਣ ਲੱਗੇ, ਇਹ ਪੁੱਤਰੀ ਕੱਲ ਇਸ ਜਗ੍ਹਾ ਸੁਗੰਧੀ ਵਾਲਾ ਬੂਟਾ ਸੀ, ਇੱਥੇ ਉਹ ਬੂਟਾ ਪੁੱਟਿਆ ਗਿਆ, ਮਿੱਟੀ ਵਿੱਚ ਵੀ ਸੁਗੰਧੀ ਛੱਡ ਗਿਆ। ਇਸ ਤਰ੍ਹਾਂ ਮਹਾਂਪੁਰਖ ਕਿਸੇ ਧਰਤੀ ਵਿੱਚ ਆਉਂਦੇ ਆ, ਸਾਲ ਮਹੀਨੇ ਸਦੀਆਂ ਬੀਤ ਜਾਂਦੀਆਂ, ਪਰ ਉੱਥੇ ਜਿਹੜੀ ਖੁਸ਼ਬੂ ਹੁੰਦੀ ਹੈ ਉਹ ਜਾਂਦੀ ਨਹੀਂ। ਪਰ ਖੁਸ਼ਬੂ ਦਾ ਲਾਭ ਭੌਰੇ ਲੈਂਦੇ, ਭੂੰਡ ਨਹੀਂ ਲੈਂਦੇ। ਭੂੰਡ ਤਾਂ ਗੰਦ ਵੱਲੇ ਜਾਂਦਾ, ਉਹ ਰੂੜੀਆਂ ਰਜਦਾ। ਸੂਰ ਹੈ, ਤੁਸੀਂ ਸੋਹਣਾ ਬੈੱਡ ਵਿਛਾ ਦਿਓ, ਅਤਰ ਫਲੇਰ ਛਿੜਕ ਦਿਓ, ਉਹ 'ਤੇ ਲਟਾ ਦਿਓ, ਸੂਰ ਨੂੰ ਨੀਂਦ ਆਏਗੀ? ਉਹ ਗੰਦੀ ਰੂੜੀ ਲੱਜੇਗਾ, ਵਿੱਚ ਫੁੱਡ ਘਸੋੜ ਕੇ ਸੋਵੇਗਾ, ਉੱਥੇ ਘਰਾੜੇ ਮਾਰੇਗਾ। ਪਰ ਇਸੇ ਤਰ੍ਹਾਂ ਅਤਰ ਫਲੇਲ ਪਾ ਕੇ ਸੋਹਣਾ ਸ਼ਰਬਤ ਬਣਾ ਕੇ ਸੂਰ ਮੋਰ ਰਾਖ ਦਿਓ, ਪੀਏਗਾ। ਜਿੱਥੇ ਸਾਰੇ ਪਿੰਡ ਦਾ ਗੰਦ ਆ, ਉੱਥੇ ਜਿਵੇਂ ਨਜਲੇ ਵਾਲਾ ਨਾ ਪਤਲੀਆਂ ਜਿਹੀਆਂ ਜਲੇਬੀਆਂ ਸੜੋਪੇ ਮਾਰ ਕੇ ਪੀਂਦਾ, ਇਉਂ ਪੀਊਗਾ, ਬਹੁਤ ਖੁਸ਼ ਹੋਏਗਾ। ਪਰ ਇਸੇ ਤਰ੍ਹਾਂ ਇਹ ਜਿਹੜੀ ਸੁਗੰਧੀ ਹੈ, ਇਹ ਭੌਰੇ ਲੈਂਦੇ ਆ। ਕਿਹੜੇ? ਜਗਿਆਸੂਆਂ ਰੂਪੀ ਭੌਰੇ। ਬਹੁਤ ਸਾਰੇ ਬਚਨ ਕਿਤਾਬਾਂ ਵਿੱਚ ਆਪਾਂ ਲਿਖ ਵੀ ਲੈਂਦੇ ਹਾਂ ਤੇ ਸੁਣਾਈ ਵੀ ਜਾਂਦੇ ਹਾਂ, ਪਰ ਉਹਦੇ ਪਿੱਛੇ ਆਪਣੀ ਵਿਵੇਕ ਬੁੱਧੀ ਵਰਤਣ ਦੀ ਕੋਸ਼ਿਸ਼ ਕਰਿਆ ਕਰੋ। ਮੈਂ ਟੀਕਾ ਟਿੱਪਣੀ ਨਹੀਂ ਕਰਨ ਲੱਗਿਆ। ਦੁੱਧ 'ਚ ਮੱਖੀ ਪਈ ਹੋਵੇ ਤੇ ਉਹ ਕੱਢ ਕੇ ਦੁੱਧ ਵਰਤੀ ਦਾ, ਡੋਲੀ ਦਾ ਨਹੀਂ। ਬਾਬਾ ਆਨੰਦ ਸਿੰਘ ਜੀ ਗਿਆਨਵਾਨ ਪੁਰਖ ਸਨ। ਉਹ ਕਦੇ ਵੀ ਜੋੜਾ ਪਾ ਕੇ ਬਾਬਾ ਜੀ ਦੇ ਤਪ ਸਥਾਨ ਤੇ ਜਾ ਹੀ ਨਹੀਂ ਸਕਦੇ। ਕਈ ਗੱਲਾਂ ਐਵੇਂ ਲਿਖ ਜੰਨੇ ਆ ਜਿਨ੍ਹਾਂ ਦਾ ਕੋਈ ਮੂਲ ਪਤਨ ਨਹੀਂ ਹੁੰਦਾ। ਉਹਨਾਂ ਦੇ ਅੰਦਰ ਇੰਨੀ ਸ਼ਰਧਾ ਭਗਤੀ ਸੀ, ਜੋੜਾ ਤਾਂ ਕੀ, ਉਨੀ ਤਾਂ ਮੇਰਾ ਮੂੰਡ ਸਾਧ ਪੱਗਾਂ ਹੇਠ ਰੁੱਲ ਸੀ। ਐਸੀ ਅਵਸਥਾ ਦੇ ਮਾਲਕ ਸੀ।
ਇੰਨੀ ਸ਼ਰਧਾ ਸੀ ਉਹਨਾਂ ਦੇ ਅੰਦਰ। ਇੰਨੀ ਸ਼ਰਧਾ ਹਰੇਕ ਬੰਦੇ ਵਿੱਚ ਪੈਦਾ ਹੋਣੀ ਇਸ ਯੁੱਗ ਵਿੱਚ ਬਹੁਤ ਕਠਿਨ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ 3 ਫੁੱਟ ਟੋਆ ਡੂੰਘਾ ਪੁੱਟ ਕੇ ਉੱਥੇ ਬਹਿੰਦੇ ਸੀ। ਕਈ ਕਿਤਾਬਾਂ 'ਚ ਗੱਲਾਂ ਲਿਖ ਜਾਂਦੇ ਆ, ਪਰ ਉਹਨਾਂ ਨੇ ਮਹਾਂਪੁਰਖਾਂ ਦੀ ਸ਼ਖਸੀਅਤ ਨੂੰ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਵੀ ਸੁਣਾ ਜਾਂਦੇ ਹਾਂ, ਪਰ ਨਹੀਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਦੇ ਵੀ ਆਪਣੇ ਮੁਰਸ਼ਦ ਦੇ ਸਥਾਨ ਤੇ ਜੋੜਾ ਪਾ ਕੇ ਕਤਈ ਜਾ ਹੀ ਨਹੀਂ ਸਕਦੇ। ਇਹ ਗੱਲ ਨੋਟ ਕਰ ਲਿਓ। ਗਾਹਾਂ ਕਿਤੇ ਇਹ ਨਾ ਪਿਓ ਚੱਲ ਗਿਆ ਆਪਾਂ ਵੀ ਜੋੜਾ ਪਾ ਕੇ ਤੁਰੇ ਹੀ ਹੈ, ਕਿਉਂਕਿ ਮਹਾਂਪੁਰਖ ਜਿਹੜੇ ਹੁੰਦੇ ਮਰਜ਼ਾਦਾ ਪੁਰਸ਼ੋਤਮ ਹੁੰਦੇ ਆ। ਅਗਿਆਨੀ ਗਲਤੀ ਕਰ ਸਕਦਾ, ਗਿਆਨਵਾਨ ਕਦੀ ਗਲਤੀ ਕਰ ਹੀ ਨਹੀਂ ਸਕਦਾ। ਜਿਹੜਾ ਗਿਆਨਵਾਨ ਆ ਜੇ ਉਹ ਵੀ ਅਜਿਹਾ ਕੰਮ ਕਰਦਾ, ਫਿਰ ਅਗਿਆਨੀ ਦਾ ਉਹਦਾ ਫਰਕ ਕੀ ਰਿਹਾ? ਫਰਕ ਇਹ ਹੀ ਹੈ ਕਿ ਗਿਆਨਵਾਨ ਤੋਂ ਸੁਤੇ ਸਿੱਧ ਵੀ ਗਲਤੀ ਨਹੀਂ ਹੁੰਦੀ। ਇਹ ਗੱਲ ਨੋਟ ਕਰ ਲਿਓ ਸਦਾ ਵਾਸਤੇ। ਸੋ ਇਸ ਵਾਸਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਇਹ ਛੋਟਾ ਜਿਹਾ ਨਗਰ ਆ, ਦਰਿਆ ਦਾ ਇਲਾਕਾ। ਆਮ ਬੰਦਾ ਦਰਿਆ ਦੇ ਕੰਢੇ ਰਹਿਣਾ ਪਸੰਦ ਵੀ ਬਹੁਤ ਘੱਟ ਕਰਦਾ, ਕਿ ਪਤਾ ਨਹੀਂ ਹੜ੍ਹ ਕਦੋਂ ਆ ਜਾਣਾ। ਪਰ ਮਹਾਂਪੁਰਖ ਬੁਰਾਈ ਦਾ ਹੜ੍ਹ ਰੋਕਣ ਵਾਸਤੇ ਆਏ ਸੀ, ਚੰਗਿਆਈ ਦਾ ਬੰਨ੍ਹ ਲਾਉਣ ਵਾਸਤੇ ਆਏ ਸੀ। ਇਸ ਬੇਟ ਦੇ ਇਲਾਕੇ ਵਿੱਚ ਉਹਨਾਂ ਦਾ ਅਵਤਰਨ ਹੋਇਆ, ਔਰ ਕਿਸ ਤਰ੍ਹਾਂ ਦੇ ਕ੍ਰਿਸ਼ਮੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਦੇਖੇ। ਸੰਤ ਮੰਡਲੀਆਂ ਆਉਂਦੀਆਂ ਰਹੀਆਂ, ਨਗਰ ਵਾਲਿਆਂ ਨੇ ਵੀ ਬਹੁਤ ਕੁਝ। ਜਿਹੜੇ ਕਾਰਜ ਵਾਸਤੇ ਉਹਨੂੰ ਪੜ੍ਹਨ ਲਈ ਭੇਜਿਆ, ਉੱਥੇ ਵੀ ਉਹਨਾਂ ਨੇ ਗਿਆਨ ਮਾਤਰਾ ਦਾ ਉਪਦੇਸ਼ ਦਿੱਤਾ। ਜੇ ਪਸ਼ੂ ਚਾਰਨ ਭੇਜਿਆ, ਜੋ ਜੱਟਾਂ ਦੇ ਕੋਈ ਖੇਤੀਪੱਤੀ ਦਾ, ਉਸ ਪਾਸੇ ਵੀ ਉਹਨੇ ਕੋਈ ਕੌਤਕ ਨਵਾਂ ਹੀ ਕੀਤਾ। ਉਹਨਾਂ ਦੀ ਕਿਰਿਆ ਨੂੰ ਦੇਖ ਕੇ ਮਾਤਾ ਪਿਤਾ ਨੂੰ ਉਹਨਾਂ ਦਾ ਨਾਂ ਹੀ ਮਸਤਾਨਾ ਰੱਖ ਦਿੱਤਾ। ਜੋਤਸ਼ੀ ਆਏ, ਉਹਨੇ ਵੀ ਇਹ ਗੱਲ ਭਵਿੱਖਬਾਣੀ ਕੀਤੀ ਹੈ, ਕੋਈ ਮਹਾਨ ਸ਼ਖਸੀਅਤ ਹੈ, ਇਹਨਾਂ ਨੂੰ ਕੋਈ ਬਹੁਤਾ ਰੋਕਿਓ ਟੋਕਿਓ ਨਾ, ਆਨੰਦ ਸਰੂਪ 'ਚ ਵਿਚਰਨ ਦਿਓ। ਸੰਤ ਮੰਡਲੀ ਆਈ, ਉਹਨਾਂ ਦੇ ਮੁਖੀ ਮਹਾਂਪੁਰਖ ਨੇ ਵੀ ਇਹ ਗੱਲ ਕਹੀ, ਇਹ ਮਹਾਨ ਸ਼ਖਸੀਅਤ ਹੈ, ਇਹਨਾਂ ਨੂੰ ਓਏ ਧੋਏ ਨਹੀਂ ਕਹਿਣਾ, ਇਹ ਨਹੀਂ ਆਪਣੇ ਹਿਸਾਬ 'ਚ ਚੱਲਣਾ। ਜਦੋਂ ਉਹ 11, 12 ਜਾਂ 13, ਵੈਸੇ ਤਾਂ ਮੈਂ ਕਹਿ ਨਹੀਂ ਸਕਦਾ ਮਹਾਂਪੁਰਖਾਂ ਦੀ ਉਮਰ ਬਾਰੇ, ਸਰੀਰਕ ਉਮਰ ਆ। ਮਹਾਂਪੁਰਖ ਤੇ ਅਨਾਦੀ ਹੁੰਦੇ ਆ, ਆਤਮਾਕਾਰ ਬਿਰਤੀ ਬ੍ਰਹਮਾਕਾਰ ਹੁੰਦੀ ਹੈ। ਆਤਮਾ ਦੀ ਕੋਈ ਉਮਰ ਹੈ ਹੀ ਨਹੀਂ, ਉਹਦਾ ਨਾ ਕੋਈ ਆਦਿ ਆ, ਨਾ ਜਗਾਦ ਆ, ਨਾ ਕੋਈ ਮੱਧ ਆ। ਉਹ ਸਦੀਵੀ ਰਹਿਣ ਵਾਲੀ ਚੀਜ਼ ਸੱਚ ਚਿਤ ਆਨੰਦ ਸਰੂਪ ਹੁੰਦੀ ਹੈ। ਇਹ ਸਰੀਰ ਦੀ ਗੱਲ ਹੈ। ਕਹਿਣ ਲੱਗੇ ਮਾਤਾ ਜੀ ਮੈਂ ਹੁਣ ਇੱਥੇ ਰਹਿਣਾ ਨਹੀਂ, ਚਲੇ ਜਾਣਾ। ਮਾਤਾ ਦੇ ਅੰਦਰ ਮਮਤਾ ਤੇ ਹੁੰਦੀ ਹੈ। ਕਹਿਣ ਲੱਗੇ ਮਸਤਾਨਿਆਂ ਤੂੰ ਕਿੱਥੇ ਚਲੇ ਜਾਣਾ? ਕਹਿੰਦੇ ਮੈਂ ਚਲੇ ਜਾਣਾ। ਕਿੱਥੇ ਜਾਏਗਾ? ਜਿੱਥੇ ਪਾਤਸ਼ਾਹ ਲਿਜਾਣਗੇ। ਤੂੰ ਖਾਵੇਂਗਾ ਕਿੱਥੋਂ, ਪਹਿਨੇਗਾ ਕਿੱਥੋਂ? ਆਮ ਮਾਂ ਪਿਓ ਨੂੰ ਤੇ ਇਹ ਹੁੰਦਾ ਚੰਗਾ ਪੜ੍ਹੇ ਲਿਖੇ, ਨੌਕਰੀ ਚਾਕਰੀ ਖੇਤੀਪੱਤੀ ਇਹਨਾਂ ਕੰਮਾਂ ਵਿੱਚ ਕੁਸ਼ਲ ਹੋਵੇ, ਕਿ ਤੂੰ ਤਾਂ ਮੇਰਾ ਭੋਲਾ ਭਾਲਾ ਪੁੱਤਰ ਆ, ਸਿੱਧੀ ਸਾਦੀ ਬਿਰਤੀ ਵਿਚਰਦਾ, ਕਿੱਥੋਂ ਖਾਵੇਂਗਾ, ਕਿੱਥੋਂ ਪਹਿਨੇਗਾ, ਕਿਵੇਂ ਕਰੇਗਾ? ਕਹਿਣ ਲੱਗੇ ਜੋ मन मन का उसकी माला है, तन उसका एक शबाला है, उसके नैनों में बहती गंगा है, वो फिरता नंग मनंगा है। ਉਹਦਾ ਮਨ ਮਣੀ ਰੂਪ ਪ੍ਰਕਾਸ਼ ਰੂਪੀ ਪਰਮੇਸ਼ਰ ਨਾਲ ਜਿਹੜਾ ਜੁੜਿਆ ਹੋਇਆ, ਇਹ ਉਹਦੀ ਮਾਲਾ ਦਾ ਮਣਕਾ ਹੈ। ਉਹ ਸਾਰਿਆਂ ਦਾ ਸ਼੍ਰੋਮਣੀ ਸਰਤਾਜ ਹੁੰਦਾ। ਜਿਵੇਂ ਮਾਲਾ ਦੇ ਉੱਪਰ ਇੱਕ ਮੇਰੂ ਹੁੰਦਾ ਨਾ, ਮੇਰੂ ਮਣਕਾ, ਉਹ ਫੇਰਨ ਵਿੱਚ ਨਹੀਂ ਹੁੰਦਾ, ਉਹ ਸ਼੍ਰੋਮਣੀ, ਉਹ ਸਾਰਿਆਂ ਨੂੰ ਬੰਨ੍ਹ ਕੇ ਰੱਖਦਾ। ਮਹਾਤਮਾ ਜਿਹੜਾ ਹੁੰਦਾ ਉਹ ਸ੍ਰਿਸ਼ਟੀ ਦਾ, ਜਗਿਆਸੂਆਂ ਦਾ ਬੰਨ੍ਹ ਹੁੰਦਾ। ਉਹਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਬੰਨ੍ਹਣ ਵਾਸਤੇ ਦਰਗਾਹ ਵੱਲੋਂ ਆਉਂਦਾ। ਹੋਰ ਉਹਦਾ ਪ੍ਰਯੋਜਨ ਹੀ ਕੋਈ ਨਹੀਂ, ਉਹਦਾ ਆਪਣਾ ਦਾ ਕਾਰਜ ਹੈ ਹੀ, ਮੈਂ ਕਾਹਦੇ ਲਈ ਆਉਣਾ, ਪਰਮੇਸ਼ਰ ਵੱਲੋਂ ਭੇਜਿਆ ਜਾਂਦਾ। ਇਸ ਵਾਸਤੇ ਉਹਦੇ ਨੈਣਾਂ ਵਿੱਚ ਗਿਆਨ ਦੀ ਗੰਗਾ ਵਹਿੰਦੀ ਹੈ। ਹੁਣ ਸ਼ਿਵ ਜੀ ਦੀ ਫੋਟੋ ਦੇਖੀ ਹੈ, ਮੱਥੇ ਤੇ ਚੰਦ ਹੈ, 2 ਕਲਾਂ, ਗਲ 'ਚ ਸੱਪਾਂ ਦੀ ਮਾਲਾ, ਸਿਰ 'ਚ ਗੰਗਾ ਦਿਖਾਈ ਹੈ। ਹੁਣ ਦਰਿਆ ਤਾਂ ਹਮੇਸ਼ਾ ਪਹਾੜ 'ਚੋਂ ਨਿਕਲਦਾ ਹੁੰਦਾ, ਸਿਰ 'ਚੋਂ ਥੋੜ੍ਹੀ ਨਿਕਲਦਾ। ਇੱਕ ਟ੍ਰੇਡ ਮਾਰਕ ਹੈ, ਇਹਨੂੰ ਸਮਝਣ ਦੀ ਅਸੀਂ ਕੋਸ਼ਿਸ਼ ਨਹੀਂ ਕੀਤੀ।
ਸੱਪਾਂ ਦਾ ਮਤਲਬ ਹੈ ਜ਼ਹਿਰ, ਚੰਦ ਦਾ ਮਤਲਬ ਹੈ ਅੰਮ੍ਰਿਤ। ਜਦੋਂ ਸ਼ਿਵ ਜੀ ਨੇ ਪੰਜਾਂ ਪ੍ਰਕਾਰਾਂ ਦੀ ਜ਼ਹਿਰ ਨੂੰ ਨਾਮ ਰੂਪੀ ਅੰਮ੍ਰਿਤ ਦੇ ਵਲ ਨਾਲ ਖਤਮ ਕਰ ਦਿੱਤਾ, ਉਹਨਾਂ ਦੇ ਦਿਮਾਗ ਚੋਂ ਗਿਆਨ ਦੀ ਗੰਗਾ ਵਹਿਣ ਲੱਗ ਪਈ। ਦੂਈ ਗੰਗਾ ਤਾਂ ਪਹਾੜਾਂ 'ਚ ਵਹਿੰਦੀ ਹੁੰਦੀ ਹੈ, ਗਿਆਨ ਦੀ ਗੰਗਾ ਵਹਿੰਦੀ ਹੁੰਦੀ ਹੈ ਮਹਾਂਪੁਰਖਾਂ ਦੇ ਦਿਮਾਗ 'ਚ। ਉਸ ਕੇ ਨੈਣੋਂ ਮੈਂ ਬਹਿਤੀ ਗੰਗਾ ਹੈ, ਜਿਹੜੇ ਮਹਾਂਪੁਰਖ ਉਹਨਾਂ ਦੇ ਨੇਤਰਾਂ ਵਿੱਚ ਗਿਆਨ ਦੀ ਗੰਗਾ ਵਹਿੰਦੀ ਹੈ, ਕਿਉਂਕਿ ਉਹਨਾਂ ਦੇ ਨੇਤਰ ਸਾਡੇ ਵਾਲੇ ਨਹੀਂ, ਗਿਆਨ ਤੇ ਬਰਾਗ ਦੇ ਨੇਤਰ ਹੁੰਦੇ ਆ। ਸੁਰਤੀ ਔਰ ਸਿਮਰਤੀ ਦੇ ਉਹਨਾਂ ਦੇ ਕੰਨ ਹੁੰਦੇ ਆ। ਦੇਖਦੇ ਤਾਂ ਸਾਡੇ ਵਰਗੇ ਹੀ ਆ, ਪਰ ਉਹਨਾਂ ਦੀ ਤਾਂ ਹਰ ਕਿਰਿਆ ਵਿਲੱਖਣ ਆ। ਉਹਨਾਂ ਦਾ ਰੋਮ ਰੋਮ, ਉਹਨਾਂ ਦਾ ਸਵਾਸ ਸਵਾਸ, ਉਹਨਾਂ ਦੀ ਐਸੀ ਕਿਰਿਆ ਹੁੰਦੀ ਹੈ। ਸੋ ਇਸ ਵਾਸਤੇ ਮਹਾਂਪੁਰਖ 13 ਸਾਲ ਦੀ ਉਮਰ 'ਚ ਘਰੋਂ ਬਦੈਗੀ ਲੈ ਲਈ। ਰਾਸਤੇ 'ਚ ਬੇਅੰਤ ਕੌਤਕ ਹੋਏ। ਇੱਕ ਮਰਜ਼ਾਦਾ ਤੁਰੀ ਆ ਰਹੀ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਿਵੇਂ ਦੀਵਾ ਬੱਤੀ ਦਾ ਤਿਆਰੀ ਹੁੰਦੀ ਹੈ, ਇੱਕ ਸਲਾਈ ਲਾਉਣ ਦੀ ਲੋੜ ਹੁੰਦੀ ਹੈ, ਇੱਕ ਮਰਜ਼ਾਦਾ ਹੁੰਦੀ ਹੈ, ਉਹਦੀ ਪੂਰਤੀ ਵਾਸਤੇ ਮਹਾਂਪੁਰਖ ਕਰਦੇ ਆ, ਭਾਵੇਂ ਲੋੜ ਨਹੀਂ। ਉਹ ਸੰਤ ਬਾਬਾ ਮੱਲ ਸਿੰਘ ਜੀ ਦੇ ਚਰਨਾਂ 'ਚ ਨਿਜਰਾਂ ਦੀ ਪਡੋਰੀ ਗਏ। ਨਿਰਮਲੇ ਸੰਤਾਂ ਦੀਆਂ 35 ਸੰਪਰਦਾਵਾਂ। ਇਹ ਜਿਹੜੀ ਨਾਨਕਸਰ ਸੰਪਰਦਾ, ਇਹਦਾ ਨਾਮ ਹੈ ਨਿਜਰਾਂ ਦੀ ਪਡੋਰੀ ਦੀ ਸੰਪਰਦਾ। ਉੱਥੋਂ ਮਤਲਬ ਇਹਦਾ ਆਗਾਜ਼ ਹੋਇਆ। ਸੰਤ ਬਾਬਾ ਮੱਲ ਸਿੰਘ, ਬਾਬਾ ਮਸਤਾਨ ਸਿੰਘ। ਵੈਸੇ ਸੰਪਰਦਾ ਦਾ ਮੁੰਡ ਹੋਤੀ ਮਰਦਾਨ ਜਾਂ ਨਾਨਕਸਰ, ਇਹ ਭਾਈ ਸਾਹਿਬ ਭਾਈ ਦਇਆ ਸਿੰਘ ਜਿਹੜੇ ਪੰਜਾਂ ਪਿਆਰਿਆਂ ਦੇ ਮੁਖੀ ਆ, ਉਹਨਾਂ ਤੋਂ ਹੋਇਆ। ਗੱਜ ਕੇ ਬੋਲੋ। ਜਿਹਨੇ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ, ਉਹਨਾਂ ਤੋਂ 20 ਸੰਪਰਦਾਵਾਂ ਚੱਲੀਆਂ ਭਾਈ ਦਇਆ ਸਿੰਘ ਜੀ ਤੋਂ। ਤੁਸੀਂ ਹੋਰ ਵਿਚਾਰ ਦੇਖੋ ਕਿ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਦਸਤਾਵਰ ਹਸਤ ਕਮਲਾਂ ਨਾਲ ਇੱਕ ਬੇਰੀ ਖੰਡੇ ਵੱਡ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਇਆ, ਫਿਰ ਉਹਨਾਂ ਤੋਂ ਆਪ ਛਕਿਆ, ਤੇ ਗਾਹਾਂ ਜੋ ਬਖਸ਼ਿਸ਼ ਕੀਤੀ ਉਹਨਾਂ ਪੰਜਾਂ ਪਿਆਰਿਆਂ ਨੂੰ ਕਰਕੇ ਗਾਇਆ। ਅੱਜ ਸਾਡਾ ਕੋਈ ਵੀ ਕਾਰਜ ਸਿੱਖ ਧਰਮ ਦਾ ਹੈ, ਪੰਜਾਂ ਪਿਆਰਿਆਂ ਦੁਆਰਾ ਸੰਪੂਰਨ ਹੁੰਦਾ। ਉਹਨਾਂ ਪੰਜਾਂ ਪਿਆਰਿਆਂ 'ਚ ਵੀ ਅਸੀਂ ਭਾਈ ਦਇਆ ਸਿੰਘ ਧਰਮ ਸਿੰਘ ਦਾ ਹੀ ਦਰਸ਼ਨ ਕਰਦੇ ਹਾਂ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਪੰਜਾਂ ਪਿਆਰਿਆਂ ਦੇ ਜਥੇਦਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਗੜਬਈ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਟਕਸਾਲ ਕਹਿ ਲਓ, ਸੰਪਰਦਾ ਕਹਿ ਲਓ, ਪੱਧਤੀ ਕਹਿ ਲਓ, ਇੱਕੋ ਹੀ ਗੱਲ ਹੈ। ਸੋ ਮਹਾਂਪੁਰਖ ਉੱਥੇ ਮਹਾਂਪੁਰਖਾਂ ਦੇ ਚਰਨਾਂ 'ਚ ਰਹੇ। ਜਨ ਦੀਪਕ ਤੇ ਦੀਪ ਜਗਾਓ। ਇੱਕ ਦੀਵਾ ਜਗਦਾ ਹੋਵੇ ਨਾ, ਦੋਹਾਂ ਤੇਲ ਬੱਤੀ ਹੋਏ, ਜਿੰਨੇ ਮਰਜੀ ਜਗਾਓ, ਪਹਿਲੇ ਦੀਵੇ ਦਾ ਪ੍ਰਕਾਸ਼ ਘਟਿਆ, ਕੋਈ ਪਿਆ ਫਰਕ? ਪਿਆ ਜੀ ਫਰਕ? ਤੁਸੀਂ ਸਾਰੇ ਸਿਆਣੇ ਬੈਠੇ, ਕੋਈ ਫਰਕ ਨਹੀਂ। ਨਵੇਂ ਦੀਵੇ ਕਿੰਨੇ ਜਗਾਤਾ। ਪ੍ਰਕਾਸ਼ ਲੈ ਕੇ ਇੱਕ ਸੱਪ ਹੁੰਦਾ, ਉਹਦੇ ਕੋਲ ਮਣੀ ਹੁੰਦੀ ਹੈ, ਉਹ ਉਹਦੇ ਪ੍ਰਕਾਸ਼ ਨਾਲ ਕੀ ਕਰਦਾ? ਹਨੇਰੀ ਰਾਤ ਵਿੱਚ ਰੱਖ ਕੇ ਮੱਛਰ ਆ ਜਾਂਦਾ, ਟਿੱਡੀਆਂ ਆ ਜਾਂਦੀਆਂ, ਕਿਰਲੀਆਂ ਆ ਜਾਂਦੀਆਂ, ਉਹਨਾਂ ਨੂੰ ਖਾ ਕੇ ਢਿੱਡ ਭਰਦਾ। ਮਣੀ ਤਾਂ ਸੀ ਪ੍ਰਕਾਸ਼ ਦੀ, ਪਰ ਢਿੱਡ ਭਰਨ ਦਾ ਕੰਮ ਲਿਆ ਮਣੀ ਤੋਂ। ਇੱਕ ਸੱਪ ਹੈਗਾ, ਉਹ ਮਣੀ ਨੂੰ ਪਾ ਕੇ ਇੰਨਾ ਪ੍ਰਸੰਨ ਹੁੰਦਾ, ਫਿਰ ਨੱਚਦਾ ਟੱਪਦਾ, ਪਲਸੇਟੇ ਮਾਰਦਾ, ਉਹ ਮਿੱਟੀ ਦੇ ਨਾਲ ਮਣੀ ਢੱਕੀ ਜਾਂਦੀ ਹੈ, ਗੁਆ ਕੇ ਫਿਰ ਉਹਦੇ ਵਿਯੋਗ 'ਚ ਮਰ ਜਾਂਦਾ। ਮਣੀ ਤਾਂ ਮਿਲੀ ਸੀ, ਕਦਰ ਨਹੀਂ ਕਰ ਸਕਿਆ। ਇੱਕ ਸੱਪ ਹੁੰਦਾ, ਉਹ ਚੰਦਰਮਾ ਦੇ ਪ੍ਰਕਾਸ਼ ਰੱਖਦਾ, ਜਿਹੜੇ ਚੰਦਰਮਾ ਰੇਸ਼ਮਾਂ ਪੈਣੀਆਂ ਉਹ ਚੋਂ ਅੰਮ੍ਰਿਤ ਝਰਦਾ, ਉਹਨੂੰ ਚੱਟ ਕੇ ਜ਼ਹਿਰ ਛਾਤ ਕਰਦਾ। ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ, ਉਹ ਜ਼ਹਿਰ ਦਾ ਨਾਸ਼ ਕਰਦਾ। ਇਹ ਮਹਾਂਪੁਰਖਾਂ ਕੋ ਬ੍ਰਹਮ ਵਿਦਿਆ ਰੂਪੀ ਮਣੀ ਹੁੰਦੀ ਹੈ, ਜਿਹਦੇ ਦੁਆਰਾ ਪੰਜਾਂ ਬਕਾਰਾਂ ਦੀ ਜ਼ਹਿਰ ਵੱਲੋਂ ਆਪ ਨੂੰ ਸ਼ਾਂਤ ਕਰਕੇ ਦੂਜਿਆਂ ਨੂੰ ਵੀ ਸ਼ਾਂਤੀ ਦਿੰਦੇ ਆ। ਇਹਦਾ ਨਾਮ ਸੰਤ ਹੈ। ਜਿਹੜਾ ਸੰਤ ਬਣ ਜਾਂਦਾ, ਉਹਦਾ ਤੇ ਪਰਮਾਤਮਾ ਦਾ ਕੋਈ ਫਰਕ ਨਹੀਂ। ਗੁਰਬਾਣੀ ਕਹਿੰਦੀ ਸੰਤ ਅਨੰਤ ਹੈ, ਅੰਤਰ ਨਹੀਂ। ਸੰਤ ਦਾ ਤੇ ਅਨੰਤ ਪਰਮਾਤਮਾ ਦਾ ਕੋਈ ਫਰਕ ਨਹੀਂ ਰਹਿ ਗਿਆ, ਅਭੇਦ ਸਰੂਪ ਹੋ ਗਿਆ। ਬਖਸ਼ਿਸ਼ ਲੈ ਕੇ ਬਹੁਤ ਜਗ੍ਹਾ ਵਿਚਰੇ, ਇਤਿਹਾਸ ਬਾਹਰ ਮਿਲ ਰਿਹਾ।
ਸੰਤ ਬਾਬਾ ਸਤਨਾਮ ਸਿੰਘ ਕਿਰਪਾ ਕਰ ਗਏ। ਹੁਣ ਗਾਹਾਂ ਨਵੀਨ ਵੀ ਛਪਿਆ, ਸਾਖੀਆਂ ਉਹੀ ਹੈ, ਲਿਖਾਰੀ ਦਾ ਲਿਖਣ ਦਾ ਢੰਗ ਥੋੜਾ ਆਪਣਾ ਹੋ ਜਾਂਦਾ, ਪਰ ਸਤਨਾਮ ਸੁਣੀ ਜਿਹੜੇ ਬਚਨ ਲਿਖੇ ਆ ਜਿਵੇਂ ਦੱਸੇ ਉਵੇਂ ਲਿਖੇ, ਆਪਣੇ ਨੂੰ ਰਲਾਵਟ ਨਹੀਂ ਕੀਤੀ। ਬਚਨ ਇਹ ਵੀ ਠੀਕ ਹੈ, ਮੈਂ ਵੀ ਦੋਏ ਭਾਗ ਪੜ੍ਹੇ। ਬਠਿੰਡੇ ਦੇ ਇਲਾਕੇ ਚਲ ਗਏ, ਸੇਮੇ ਵੀ ਰਹੇ ਹੈ, ਰੂਮੀ ਵਾਲਾ ਡੇਰਾ, ਭੁੱਚੋਂ ਸਾਹਿਬ। ਬਾਬਾ ਜੀ ਉਸ ਵੇਲੇ ਜਿਲੇ ਗਏ, ਹੁਣ ਤਾਂ ਨਹਿਰਾਂ ਨਿਕਲੀਆਂ ਨਾ, ਉਦੋਂ ਡੱਲਾ ਬਚਨ ਮੰਨਿਆ ਨਹੀਂ, ਬਖਸ਼ਿਸ਼ ਉਦੋਂ ਹੋ ਜਾਣੀ ਸੀ। ਬਹੁਤ ਰੇਤਾ ਰੇਗਿਸਤਾਨ ਸੀ, ਮੈਂ ਵੀ ਉਧਰ ਪੜ੍ਹਿਆ। ਐਉਂ ਰੇਤਾ ਉੱਡਣਾ ਜੀ ਤੇ ਮਕਾਨ ਨਾ ਲੱਗ ਜਾਣਾ, ਤੁਸੀਂ ਬਿਨਾਂ ਪੌੜੀ ਕੋਠੇ ਚੜ੍ਹ ਜਾਓ। ਐਉਂ ਬੰਬ ਰੋਲੇ ਉੱਡਦੇ ਫਿਰਦੇ ਸੀ। ਹੁਣ ਤਾਂ ਸੇਮ ਪਈ ਹੋਈ ਆ ਮਾਲ ਵਿੱਚ, ਆ ਥੋੜਾ ਹੁਣ ਘਟੀ ਹੈ। ਸੋ ਸਾਧ ਸੰਗਤ ਜੀ ਬਾਬਾ ਜੀ ਜਿਲੇ ਗਏ, ਬਾਬਾ ਜੀ ਵਿਦਵਾਨ ਬਹੁਤ ਸੀ, ਦੁਨਿਆਵੀ ਤੌਰ ਤੇ ਸ਼ਾਸਤਰ ਵਿਦਿਆ ਦੇ ਵੀ ਪ੍ਰਵੀਨ ਸੀ। ਇਸ ਭੁਲੇਖੇ 'ਚ ਨਾ ਰਹੋ। ਆਤਮਾ ਗਿਆਨੀ ਅਨਪਵੀ ਵੀ ਸਨ। ਸੰਤ ਮਹਾਰਾਜ ਬਾਬਾ ਕਰਤਾਰ ਸਿੰਘ ਕੋਕਰੀ ਵਾਲੇ, ਉਹਨਾਂ ਦੇ ਪਾਸ ਉਹਨਾਂ ਨੇ ਸ਼ਾਸਤਰ ਅਧਿਐਨ ਵੀ ਕੀਤਾ, ਵਿਦਵਾਨ ਵੀ ਬਹੁਤ ਸੀ। ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ ਭਾਸ਼ਾ, ਹਿੰਦੀ, ਗੁਰਮੁਖੀ, ਵਿਦਵਾਨ ਵੀ ਸੀ। ਜਦੋਂ ਬਚਨ ਬੋਲਦੇ ਸੀ ਕੱਬ ਵਿੱਚ ਬੋਲਦੇ ਸੀ। ਕਾਬ ਦੇ ਵਿੱਚ ਬਚਨ ਬੋਲਣਾ ਹਰੇਕ ਦੇ ਬਸ ਨਹੀਂ। ਜਿਵੇਂ ਅਮੀਰ ਖੁਸਰੋ ਸਾਧੂ ਹੋ ਗਿਆ ਤੇ ਉਹ ਬੀਬੀਆਂ ਪਾਣੀ ਭਰਦੀਆਂ, ਉਹਨਾਂ ਨੂੰ ਹੋਇਆ ਵੀ ਪਾਣੀ ਪੀਜੇ, ਕਹਿੰਦੇ ਜੀ ਪਾਣੀ ਪੀਣਾ ਬੀਬਾ ਜੀ। ਉਹਨੇ ਪਛਾਣ ਲਿਆ ਤਾਂ ਅਮੀਰ ਖੁਸਰੋ ਕਵੀ ਬਹੁਤ ਆ, ਕਹਿੰਦੇ ਪਹਿਲਾਂ ਕਵਿਤਾ ਸੁਣਾ। ਉਹ ਕਹਿੰਦਾ ਕਾਹਦੇ ਤੇ ਸੁਣਾਵਾਂ? ਇੱਕ ਕਹਿੰਦੀ ਚਰਖੇ ਤੇ, ਇੱਕ ਕਹਿੰਦੀ ਖੀਰ ਤੇ, ਇੱਕ ਕਹਿੰਦੀ ਕੁੱਤੇ ਦੇ ਉੱਤੇ। ਆਪੋ ਆਪਣਾ ਭਾਵ ਦੱਸਦਾ। ਇੱਕ ਕਹਿੰਦੀ ਢੋਲ ਦੇ ਉੱਤੇ। ਹੁਣ ਦੇਖੋ ਕਵੀ ਕੁੱਜੇ ਵਿੱਚ ਸਮੁੰਦਰ ਕਿਵੇਂ ਬੰਦ ਕਰਦਾ। ਕਹਿੰਦੀ, ਉਹ ਕਹਿੰਦਾ ਅਮੀਰ ਖੁਸਰੋ, ਖੀਰ ਬਣਾਈ ਜੁਗਤ ਸੇ, ਚਰਖਾ ਦਿਆ ਚਲਾ, ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਵਜਾ। ਚੌਹਾਂ ਦਾ ਹੀ ਫਿੱਟ ਕਰ ਗਿਆ। ਕਵੀ ਦਾ ਦਿਮਾਗ ਐਸਾ ਹੁੰਦਾ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ, ਇੱਕ ਨੁਕਤੇ ਵਿੱਚ ਗੱਲ ਢੁਕਦੀ ਏ। ਤੇ ਬਾਬਾ ਜੀ ਮਹਾਰਾਜ ਕਾਵਿ ਰਚਨ ਦੇ ਬਹੁਤ ਨਹੀਂ ਸੀ। ਉਹਨਾਂ ਦੇ ਕਵਿਤ ਮਿਲਦੇ ਵੀ ਆ ਕੁਝ। ਆ ਜਿਹੜਾ 13ਵਾਂ ਭਾਗ ਹੁਣ ਛਪਿਆ ਨਾ, 13ਵਾਂ ਜੀ, ਉਹਦੇ ਵਿੱਚ ਉਹ ਕਵਿਤ ਬਾਬਾ ਜੀ ਦੇ ਲਿਖੇ ਆ, ਬਹੁਤ ਵਿਦਵਤਾ ਭਰਪੂਰ ਆ। ਤੇ ਬਾਬਾ ਜੀ ਹੁਣ ਉਹ ਬਠਿੰਡੇ ਦੇ ਇਲਾਕੇ ਦੀ ਰਮਜ ਦਿੰਦੇ ਆ, ਸੁਣਿਓ ਜਰਾ ਧਿਆਨ ਨਾਲ। ਦੇਖਿਆ ਤੇਰਾ ਸ਼ਹਿਰ ਬਠਿੰਡਾ, ਨੌਣ ਧੋਣ ਨੂੰ ਮਿਲੇ ਨਾ ਪਾਣੀ, ਭੂਤ ਵਰਗਾ ਹੋ ਜਾਏ ਪਿੰਡਾ। ਦੇਖਿਆ ਤੇਰਾ ਸ਼ਹਿਰ ਬਠਿੰਡਾ। ਇਹ ਬਠਿੰਡਾ ਸ਼ਹਿਰ ਦੇਖ ਲਿਆ, ਪਹਿਲਾਂ ਭਟਿੰਡਾ ਸੀ, ਭੱਟੀ ਗੋਤ ਦੇ ਰਾਜਿਆਂ ਨੇ ਵਸਾਇਆ। ਵਿਗੜਦਾ ਵਿਗੜਦਾ ਸਿੱਧਾ ਭੱਟੀਆਂ ਤੋਂ ਭਟਿੰਡਾ ਬਣਿਆ, ਹੁਣ ਸਿੱਧਾ ਬਠਿੰਡਾ ਬਣ ਗਿਆ। ਰੇਲ ਦਾ ਜੰਕਸ਼ਨ ਪੰਜਾਬ ਸਭ ਨੂੰ ਵੱਡਾ, ਮਸ਼ਹੂਰੀ ਦਾ ਬਹੁਤ ਹੈ। ਤੇ ਬਾਬਾ ਜੀ ਕਹਿੰਦੇ ਇੰਨਾ ਰੇਤਾ ਉੱਡਦਾ ਕਿ ਬੰਦੇ ਦਾ ਪਿੰਡਾ ਕਿਹੋ ਜਿਹਾ ਹੋ ਜਾਂਦਾ। ਰਮਜ ਮਾਰਦੇ ਸੀ। ਰਾਜ ਸਮਝਣਾ ਪੈਂਦਾ ਹੈ, ਮਹਾਂਪੁਰਖਾਂ ਦੀਆਂ ਰਮਜਾਂ ਹੁੰਦੀਆਂ। ਸੋ ਇਸ ਕਰਕੇ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਬੈਠੇ ਹਾਂ। ਉਹ ਵੈਸੇ ਜਨਮ ਮਰਨ ਤੋਂ ਰਹਿਤ, ਮਹਾਂਪੁਰਖ ਨਹੀਂ ਜੰਮਦੇ। ਜਨਮ ਮਰਨ ਤੇ ਰਹਿਤ ਨਾਰਾਇਣ, ਜੰਮਣ ਮਰਨ ਤਿੰਨ ਕੋ ਜੋ ਉਸ ਪ੍ਰਮਾਤਮਾ ਦੇ ਲੜ ਲੱਗੇ, ਉਹਨਾਂ ਦਾ ਨਾ ਜਨਮ ਹੈ ਨਾ ਮਰਨ ਹੈ। ਜੰਮਣ ਮਰਨ ਸਰੀਰ ਦਾ ਧਰਮ ਹੈ, ਭੁੱਖ ਪਿਆਸ ਪ੍ਰਾਣਾਂ ਦਾ, ਹਰਖ ਸ਼ੋਕ ਮਨ ਦਾ। ਉਹ ਛਿਆਂ ਤੋਂ ਰਹਿਤ ਹੁੰਦੇ ਆ। ਜਿਹਦੇ 'ਚ ਖੱਟ ਬਕਾਰ ਹੈ ਉਹ ਜੀਵਿਆ, ਜਿਹੜਾ ਇਹਨਾਂ ਬਕਾਰਾਂ ਤੋਂ ਰਹਿਤ ਹੋ ਗਿਆ ਉਹ ਭਗਤ ਭਗਵਾਨ ਦਾ ਸਰੂਪ ਹੈ। ਸੋ ਇਸ ਕਰਕੇ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਅੱਜ ਸਾਨੂੰ ਏਡੀ ਵੱਡੀ ਖੁਸ਼ੀ ਹੈ। ਬਹੁਤ ਲੰਬਾ ਸਮਾਂ ਇਹ ਗੱਲ ਗੁਪਤ ਰਹੀ ਕਿ ਬਾਬਾ ਜੀ ਦਾ ਜਨਮ ਕਿਹੜੇ ਪਿੰਡ ਹੈ। ਬਾਬਾ ਜੀ ਦਾ ਭੁੱਚੋਂ ਦਾ ਹੀ ਚੱਲਦਾ ਰਿਹਾ, ਉਧਰ ਦਾ ਚੱਲਦਾ ਰਿਹਾ। ਪਰ ਬਾਬਾ ਗੁਰਦਿਆਲ ਸਿੰਘ ਜੀ ਨੌਜਵਾਨ, ਇਹ ਵੀ ਕੋਈ ਪੁੰਨ ਲੈ ਕੇ ਆਏ ਆ। ਇਹਨਾਂ ਦਾ ਕੋਈ ਪੁੰਨ ਕਰਮ ਹੈ। ਬਾਬਾ ਜੀ ਨੇ ਇਹਨਾਂ ਦੇ ਉੱਤੇ ਆਪਣਾ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ, ਕਿਰਪਾ ਕੀਤੀ ਹੈ।
इन्हां नूं समत दित्ती, परिवार वाले भी, नगर वाले भी, इलाके वाले भी। पिछले साल भी बहुत बड़ा दीवान होया, इस साल भी वध रहा। हुण आ खेतां वालियां नूं एक बेनती करनी है, ये सुन लिओ, ये भी दस दिओ मननी कि नहीं मननी, ये भी नाल ही दस दिओ। मन लिओ तो बहुत चंगा। सब तो बड़ा काम है रस्ते का। फुट दो दो फुट ना फर्क कुछ नहीं पैंदा हुंदा। जिथों गुरु की संगत लंघ गई, महापुरख लंघ गया, सच्चे पातशाह की सवारी लंघ गई, गुरु ग्रंथ साहिब की, उन्हां खेतां 'च बरकत वधूगी घटूगी नहीं। कोकरी की गल है, महाराज पंडित भान सिंह जी परी बराज का आचार्य महामंडलेश्वर, वो खेत 'च लंघिया करन, उन कंडे रख देने। कहंदे की करदा, आखे जी डंडी पै जांदी है, शैहे नूं पैसे नूं रोना ते अजाड़ा हुंदा। बाबा जी कहंदे कई संगत ते भजन वाले महापुरख भी लंघदे आ, अजाड़ा नहीं पऊगा, बसूगा। ये ना करया कर। सब तो पहला काम है रास्ता। हरखवाल पिंड दियां ने सीधा रास्ता ना दिता, महापुरख इशारा परन चा के चल पै। संत कहंदे हरखवाल जो असीं सारी वर्ल्ड विच तुहाडा पिंड मशहूर कीता, तुसीं रास्ता ना दिता। फिर बिंगा टेढ़ा जिहा छड्डिया, हुण तां सड़कां निकल आईयां, समा आया, नौजवान समझ गए रास्ता बहुत जरूरी है। जां तां बटांदरा करके खेत जीटी रोड ते लै जाइए, जां फिर इहनूं रास्ता खुला कर दईए। हुण आ देखो किन्नी संगत आउंदी है, गड्डी उधरों आउंदी है, क्रॉसिंग लई बड़ा कष्ट हुंदा। जे संगत दा रास्ता बनाओगे ना, इत्थे तुहाडा दरगाह दा बन जाऊगा रास्ता, गुरु घर ले। इस करके गुरु प्यारे, ये मेरा ख्याल है, गल च पल्ला पा के हथ जोड़ के निमरता ना, तुहानू नगर वालियां नू भी, जां जिन्हां नगरां दी पैली बन्ना लगदा, बेनती है तुसीं मन लिओ, तुहाडी भी इज्जत रह जू, साडी भी रह जू। ये बेनती जरूर मन। सो इस करके महाराज ने बड़ी किरपा कीती है, बख्शिश कीती है। आ जेड़े खेत में चरण पै गए, असीं गुरु नानक पातशाह के गुरपुरब ते लंगर लाईदा ना, उत्थे अपने उत्थे कणक लेट बीजी दी है, जिथे संगत दे चरण पैंदे महापुरखां दे, ते दूजे खेत पहलां बीजे हुंदे आ, उत्थे फसल दा झाड़ ज़्यादा निकलदा, बरकत हुंदी। सो इस करके साध संगत जी हुण समा इजाजत नहीं दिंदा, महापुरखां ते जिन्ने मर्जी बचन सुणाओ, ज्ञान अंमृत रस नाल भरपूर हुंदे आ। ते बाकी होर भी बहुत है, जे कला ही लंगर का भंडारा खाई जाए, दूसरों पूछे ना, वह भी ठीक नहीं। हुण जिन्ने आए है, बाबा गेजा सिंह जी आए है, यह भी बहुत वधिया संत है। बाबा गुलजार सिंह उन्होंने सेवादार है। गेजा सिंह जी का मन तो इत्थे होना जी, वो बंदा बहुत प्रेमी है, क्योंकि अमृत की ड्यूटी देगा बाबा ईश्वर सिंह जी, बस निभाई तुरे जाते, नंगे धड़ लड़ते हैं अपनी ड्यूटी से, कोई हरक चोक नहीं, किसी पार्टी ना लिंक नहीं, आनंद स्वरूप सम दृष्टि। क्योंकि साधु वो है जिहदे सम दृष्टि पैदा हो जाए। बाबा ईश्वर सिंह जी दे पास रागी गुरमुख सिंह जी आए, बाबा जी कहते गुरमुख सिंह कोई बचन सुनाओ। कहते महाराज गुस्सा ना करो, फिर सुनाऊंगा। कहते गुस्सा क्यों करना? कहते महाराज मेरी तुहाडे ते बाबा नंद सिंह वाली शरधा नहीं बजदी, ते ना बजनी है, माफी दे दिओ। बाकी बतौर गुर भाई जान के मैं तुहाडा सत्कार करदा। बाबा जी इन्ना जी खिड़खड़ा के हसे, इन्ने खुश होए, उठ के जफ्फी जला के गल ला लिया, मिलो लाए झपीड़ा। कहते गुरमुख सिंह गल तो एडी वधिया कीती है, सच ते बोलिया। कहते सानू चेले बहुत मिलणगे जेडे साडी पूजा करनगे, कोई कमंडल चकूगा, कोई कुछ करूगा, कुछ करूगा, पर तेरे वर्गा गुर भाई नहीं मिलना। जिन बाबा नानक सिंह दे सारे बचन रिकॉर्ड कर दिते, संगतां पढ़दियां रहणगीਆਂ। देखो किड्डी वड्डी गल है। वाकई ये गल बाबा जी की बहुत सियाणप वाली है। गुर भाई मिलना बहुत दुर्लभ होंदा। भरा
देखो हनुमान जी ने रमैन विच सेवा की। महाराज रामचंद्र जी ने हनुमान नूं भारत दे नाल तुलना दी। तुम मम पिरिया भारत सम भाई। हे हनुमान, जिमें मैनू भारत प्यारा है जिहड़ा मेरी खड़ावां दा पूजा करदा, 14 साल खड़ावां ने राज किया, तू मैनू उहदे वांगू प्यारा। अज कई कहंदे गुरु ग्रंथ गद्दी दे मालिक किवें हो सकदे। भारत जिले गए अपना राज संभो, खड़ावां दित्तियां, एक मेस्त्री ने बनाईयां, महाराज दे चरनां दा स्पर्श होया। 14 साल अयोध्या का राज श्री रामचंद्र दियां खड़ावां कर सकदियां, ते जिहड़ी गुरु ग्रंथ साहिब की बाणी धन गुरु नानक पातशाह के हिरदे चों निकली है, वो चौर तख्त की मालिक किवें नहीं हो सकती। बाणी गुरु गुरु है बाणी विच बाणी अमृत सारे, गुरबाणी कहे सेवक जन माने प्रतख गुरु निस्तारे। बाबा हरनाम सिंह जी महाराज जी ने जो बाबा नंद सिंह जी नूं मर्यादा लिख के दिती है, वो अज भी पन्ने संत बाबा रतन सिंह जी डरोली उन्हां दे परिवार कोल उन्हां दे घर मौजूद है। तुसीं शायद दर्शन ना कीता होवे, क्योंकि कोकरी वाले महापुरखां नाल रिश्तेदारी सी, साडे नाल बड़ा प्यार सी, सानू अपने घर च आप लगाए। बाबा जी का सिमरन, रुद्राक्ष की माला, बाबा जी के पवित्र अंगां नाल स्पर्श वस्त्र, और बाबा जी ने जो बाबा आनंद सिंह जी नूं अपने मखार बिंद तो गुरु नानक साहब की मर्यादा लिख के दी है, उन्हां दे घर लिखी हुई मौजूद है। उस बाबा आनंद सिंह जी महाराज ने जो महापुरखों ने हुक्म किए है ना, उन्हां ते शेर ते सवा शेर ते बनाया हो, पौना नहीं किया, अद्धा नहीं किया। यह गल नोट कर लो। इसे करके उन्हां दी चढ़दी कला हुई है। गुर कहिया साकार कमावो, गुर की करनी काहे धावो। अज असीं गुरु दे उत्ते हर बाणी ते भी किंतु, मर्यादा ते भी हर गल ते किंतु परंतु शुरू कर लिया। उन्हां महापुरखां दे जीवनां तो अज सिੱਖਿਆ लैके जानी है। वो महान शख्सियतां महान किवें बणीਆਂ। हरनाम सिंह बहुत इस नाम दे व्यक्ति है, पर महानाम कदों जुणिया जदों सब नों महान गुरु नानक पातशाह ने उन्हीं सुरती जोड़ ली, और अपने डेरे विच उन्हें गुरु नानक पातशाह के नाम नूं ही पहल कदमी दी। जड़ा भी सिंह सिखणी भाई कोई विहंगम बोलदा, वो धन श्री गुरु नानक देव जी महाराज का नाम बोलदा। इन्ना प्यार। सो इस करके साध संगी सच्चे पातशाह किरपा करन, चढ़दी कला बख्शिश करन। संत बाबा गुरदयाल सिंह जी, इन्हां दे सत्कारयोग पिता माता जी ते भाई सुखदेव सिंह जी, बाकी नगर दे नगर पंचायत और सारियां जथेबंदियां सेवा वालियां सुभावां दूरों नेड़ों जिन्नियां आईयां, सारे ही महापुरख जो महापुरखां दे नाल प्यार रखते हैं, जिन्ने भी सेवादार ते आ टीवी वाले, तुहाडा भी मैं थोड़ा जिहा धन्नवाद ज़्यादा लगा कर। गुरमुख संधा बहुत वधिया, फिर तां ही जटा जुटिया ना, नहीं तो मैनू यूनीवर्सिटी भी मैं गया सी, साडा सैमीनार सी, उत्थे भी बेनती की सी कि जदों सानू बुलाओ ना, तो जड़ा टीवी मूवी वाला होवे वो जटा जूट जरूर लिया करो, फिर उहदा दिल ना दुखे। सानू बेनती करनी पैंदी है, दिल किसी दा दिखाउणा नहीं। यह बहुत वधिया उत्तम भंडार मेरा काका तू सांभिया विरसा ने, माफ करियो अज साडे ग्रंथियां ते रागियां दे ते मैंबरां दे बहुत बच्चे महाराज समत बख्शे। गज के बोलो सतनाम। क्योंकि गुर सिੱਖੀ दा सिखना, गुरमुख साध संगत दी सेवा, जिन्ने साहिब बोर्ड नूं पत्ते आ ना, इन्ने जन्मां दे पुन होण ते मनुष्य जन्म मिलदा, भारत खंड च जन्म, ते जिन्नियां बोर्ड नूं गोलां लगदियां ना, इन्ने पुन होण ते सिखां दे घर जन्म हुंदा। जिन्ने गोलां दे विच बीज आ, इन्ने पुन होण ते सिंह सिखणी अंमृत छकदा। ये छोटी जी गल नहीं हैगी, बहुत वड्डी गल है। अज तुसीं भी मन जितया, बाबा जी संगत कीती ना, बहुत वधिया। गुरमुख सिंह को असीं गए, बजुर्ग होए सी, कहंदे जी अरदास कर दिओ हुण मैं मुक्त हो जाऊं। मैं कहा बेमुक्त तू किदण सी, अरदास तां करी जे तू पहला मुक्त ना होवे।
ਉਹ ਜੈਨ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਦਰਸ਼ਨ ਕਰ ਲਿਆ। ਉਹਨਾਂ ਦੇ ਪਿਤਾ ਸੀ, ਜਿੱਦਣ ਸੁਰਗਵਾਸ ਹੋਏ, ਬਾਬਾ ਜੀ ਕਹਿੰਦੇ ਆ ਉਤਮ ਸਿੰਘ ਅੱਜ ਜਾ ਰਿਹਾ ਸੱਚਖੰਡ ਨੂੰ। ਸੱਜਾ ਹੱਥ ਉੱਪਰ ਨੂੰ ਕਰਕੇ ਬਾਬਾ ਜੀ ਨੇ ਕਿਹਾ ਸੀ, ਕਿਉਂਕਿ ਪਹਿਲਾਂ ਉਸ ਇਲਾਕੇ ਵਿੱਚ ਸੇਵਾਦਾਰ ਹੀ ਉਤਮ ਸਿੰਘ ਸੀ, ਗਰੀਬੀ ਕਿੰਨੀ ਸੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਸੱਚੇ ਪਾਤਸ਼ਾਹ ਖੁਦ ਬੈਠੇ ਆ, ਮਹਾਂਪੁਰਖ ਬੈਠੇ ਆ ਗੁਰੂ ਕੀਆਂ ਪਿਆਰੀਆਂ ਸੰਗਤਾਂ ਬੈਠੀਆਂ। ਤੁਹਾਡੇ ਦਰਸ਼ਨ ਵਿੱਚੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ, ਬਾਬਾ ਜੀ ਦੇ ਦਰਸ਼ਨ, ਮਹਾਂਪੁਰਖਾਂ ਦੇ। ਦਸਮ ਪਾਤਸ਼ਾਹ ਨੇ ਕਿਹਾ ਮੇਰੇ ਰੋਜ਼ ਦਰਸ਼ਨ ਕਰਿਓ। ਕਹਿੰਦੇ ਮਹਾਰਾਜ ਆਪਦੇ ਸਰੀਰ ਤੋਂ ਬਾਅਦ ਕਿੰਨੇ? ਕਹਿੰਦੇ 5 ਅੰਮ੍ਰਿਤਧਾਰੀ ਸਿੰਘਾਂ ਦੇ ਰਹਿਤ ਮਰਜਾ ਪੂਰੇ ਉਹਨਾਂ ਦੇ ਕਰ ਲਿਓ। ਕਹਿੰਦੇ ਮਹਾਰਾਜ ਕਈ ਵਾਰੀ 5 ਮਿਲਦੇ ਨਹੀਂ, ਕਹਿੰਦੇ 3 ਦੇ ਕਰ ਲਿਓ, 2 ਦੇ, 1 ਦੇ। ਕਹਿੰਦੇ ਮਹਾਰਾਜ ਕਈ ਇਲਾਕੇ ਇਹੋ ਜਿਹੇ 1 ਵੀ ਨਹੀਂ ਮਿਲਦਾ। ਕਹਿੰਦੇ ਜਿਹੜਾ ਅੰਮ੍ਰਿਤਧਾਰੀ ਸ਼ੀਸ਼ ਆਪਣਾ ਚਿਹਰਾ ਦੇਖ ਲੈ, ਮੇਰਾ ਹੀ ਦਰਸ਼ਨ ਹੋਊਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਅੱਜ ਮੈਨੂੰ ਇੰਨੀ ਪ੍ਰਸੰਨਤਾ ਆ ਕਿ ਰੋਮਾਂ ਦੀ ਬੇਅਦਬੀ ਵਾਲੇ ਬਹੁਤ ਘੱਟ ਆ, ਸਾਬਤ ਸੂਰਤ ਦਸਤਾਰ ਸਿਰ ਵਾਲੇ ਜ਼ਿਆਦੇ ਆ। ਇਹ ਮਹਾਂਪੁਰਖਾਂ ਦੀ ਦੇਣ ਹੈ। ਤੇ ਜਿਨ੍ਹਾਂ ਨੇ ਸਾਹੇ ਰੋਮਾਂ ਦੀ ਬੇਅਦਬੀ ਕਰਦੇ, ਅੱਜ ਮਹਾਂਪੁਰਖਾਂ ਦੇ ਸਥਾਨ ਤੇ ਪ੍ਰਤੱਗਿਆ ਕਰਕੇ ਜਾਓ, ਉਸ ਤਰ੍ਹਾਂ ਨਹੀਂ ਲਵਾਵਾਂਗੇ, ਕੈਂਚੀ ਨਹੀਂ ਲਵਾਵਾਂਗੇ, ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ, ਔਰ ਰੋਜ਼ ਇਸ਼ਨਾਨ ਕਰਾਂਗੇ, ਮਾਸ ਸ਼ਰਾਬ ਆਂਡੇ ਕੋਈ ਵੀ ਨਸ਼ਾ ਨਹੀਂ ਵਰਤਾਂਗੇ। ਬੀਬੀਆਂ ਵੀ ਰੋਮਾਂ ਦੀ ਬੇਅਦਬੀ ਨਾ ਕਰਨ। ਤੜਕੇ ਇਸ਼ਨਾਨ ਕਰਕੇ ਘੱਟ ਤੋਂ ਘੱਟ 1 ਸ੍ਰੀ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿ ਰਾਸ ਕੀਰਤਨ 16। ਜਿਹੜੇ ਅੰਮ੍ਰਿਤਧਾਰੀ 5 ਬਾਣੀਆਂ, ਬਾਕੀ ਨਿਤਨੇਮ, ਤੇ ਬਾਕੀ ਜੋ ਮਹਾਂਪੁਰਖਾਂ ਨੇ ਇੱਕ ਨਿਯਮ ਬਣਾਇਆ ਸੀ, ਗੁਰੂ ਗ੍ਰੰਥ ਸਾਹਿਬ ਦਾ ਹਰ ਇੱਕ ਬੰਦਾ ਸਹਿਜ ਪਾਠ ਕਰੇ। ਜਿਹੜਾ ਪਾਠੀ ਹੈ ਉਹ 25 ਪੱਤਰੇ ਪੱਕੇ ਕਰਕੇ, ਜਿਹੜਾ ਪਾਠੀ ਨਹੀਂ ਉਹ 10 ਜਪਜੀ ਸਾਹਿਬ, 2 ਸੁਖਮਣੀ, 6 ਮਾਲਾ, 108 ਮਣਕੇ ਵਾਲੀ ਮੂਲ ਮੰਤਰ ਸਾਹਿਬ ਦੀਆਂ। ਜਿਹੜਾ ਸਾਧ ਸਿੰਘ ਅੰਗੂਠਾ ਛਾਪਿਆ ਉਹ ਗੁਰਮੰਤਰ ਦੀਆਂ ਅਸੀਂ ਕਰ ਲੈ। ਦੇਖੋ ਮਹਾਂਪੁਰਖ ਨੇ ਇੱਕ ਭਲੇ ਦਾ ਕੈਸਾ ਸੁੰਦਰ। ਹੁਣ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਖ ਆਸਣ ਨਾਨਕਸਰ ਹੁੰਦੇ ਆ, ਉੱਥੇ ਫਟਾ ਲਿਖ ਕੇ ਲਾਇਆ, ਜਿੱਥੇ ਬਾਬਾ ਜੀ ਦਾ ਨੀਚੇ ਤਪ ਸਥਾਨ, ਉਹਨਾਂ ਦੀਆਂ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ। ਤੇ ਸਾਧ ਸੰਗਤ ਜੀ ਦੇ ਦਰਸ਼ਨ ਨੂੰ ਸੰਗਤ ਜਾਂਦੀ, ਕਹੋ ਵੀ ਬੋਰਡ ਪੜ੍ਹ ਲਓ ਸੇਵਾਦਾਰ। ਮਤਲਬ ਇਹ ਹੈ ਕਿ ਬਹਾਨੇ ਨਾਲ ਨਿਤਨੇਮ ਕਰਨਗੇ, ਇਹਨਾਂ ਦਾ ਭਲਾ ਹੋਏਗਾ। ਬਹਾਨਾ ਹੁੰਦਾ। ਸੋ ਇਸ ਕਰਕੇ ਸਾਧ ਸੰਗਤ ਜੀ ਜਿੰਨੇ ਵੀ ਮਹਾਂਪੁਰਖ ਗੁਰੂ ਮਹਾਰਾਜ ਦੇ ਚਰਨਾਂ 'ਚ ਸਟੇਜ ਤੇ ਸੁਭਾਏਮਾਨ ਆ, ਸਾਰਿਆਂ ਦਾ ਧੰਨਵਾਦ। ਜਿਨੀ ਬਾਬਾ ਗੁਰਦਿਆਲ ਸਿੰਘ ਜੀ ਦੀ ਬੇਨਤੀ ਤੋਂ ਆ ਕੇ ਪੂਰਾ ਸਹਿਯੋਗ ਦਿੱਤਾ, ਇਸ ਸਟੇਜ ਨੂੰ ਸੁਹਾਵਣੇ ਬਣਾਇਆ। ਤੇ ਬਾਕੀ ਜਿੰਨੀ ਸੰਗਤ ਆਈ ਆ, ਮਾਈ ਭਾਈ ਜਿਹੜੇ ਲੰਗਰ ਦੀ, ਜੋੜੇ ਦੀ, ਔਰ ਟ੍ਰੈਫਿਕ ਤੇ ਦੂਜਾ ਆਈਆਂ ਸਵਾਰੀਆਂ ਦੀ ਸੰਭਾਲ ਦੀ ਸੇਵਾ, ਜਾਂ ਹੋਰ ਵੀ ਤਨ ਮਨ ਧਨ ਕਰਕੇ ਅਸਥਾਨਕ ਤੌਰ ਤੇ ਕਰਦੇ ਆ, ਸਾਰਿਆਂ ਦਾ ਸਮੁੱਚੇ ਰੂਪ 'ਚ ਬਹੁਤ ਬਹੁਤ ਧੰਨਵਾਦ। ਕਿਉਂਕਿ ਹੁਣ ਚੜ੍ਹਦੀ ਕਲਾ 'ਚ ਇਹ ਸਾਰਾ ਹੋ ਰਿਹਾ, ਪਰ ਆਰੰਭ ਕਰਨੇ ਔਖਾ ਹੁੰਦਾ ਨਾ। ਗੱਡੀ ਪਹਿਲਾਂ ਸਟਾਰਟ ਕਰਨੀ ਹੁੰਦੀ, ਹੋ ਜਾ ਫਿਰ ਤਾਂ ਦੌੜੀ ਜਾਂਦੀ ਹੈ। ਹੁਣ ਕੰਮ ਸ਼ੁਰੂ ਹੋ ਗਿਆ। ਮਹਾਰਾਜ ਨੇ ਕਿਰਪਾ ਕਰਤੀ ਹੈ ਕਿ ਇਸ ਇਲਾਕੇ ਵਿੱਚ ਬਹੁਤ ਵੱਡੀ ਲੋੜ ਸੀ ਕਿ ਮਹਾਂਪੁਰਖਾਂ ਦਾ ਇਹ ਦਿਨ ਮਨਾਇਆ ਜਾਏ। ਸੋ ਸੰਤ ਸੁਖਦੇਵ ਸਿੰਘ ਜੀ ਵੀ ਆ ਰਹੇ, ਪਿੱਛੇ ਉਹਨਾਂ ਨੂੰ ਅਸੀਂ ਪੱਗ ਦਿੱਤੀ, ਤੇ ਨਾਲ ਇਹ ਗੱਲ ਕਹੀ ਸੀ ਕਿ ਬਾਬਾ ਜੀ ਦੀ ਗੱਦੀ ਤੇ ਤਾਂ ਹੈਗੇ ਬਾਬਾ ਜੀ ਆਪੇ, ਤੁਸੀਂ ਝਾੜੂ ਬਰਦਾਰ ਆ। ਕਿਉਂਕਿ ਮੈਂ ਨਿਰਮਲ ਮੰਡਲ 'ਚ ਪੱਗਾਂ ਬਹੁਤੀਆਂ ਬਣਾਉਂਦਾ ਰਹਿਣਾ। ਸਾਡੀ ਡਿਊਟੀ ਇਹ ਹੀ ਹੈ ਸੰਗਤ 'ਚ, ਇੱਕ ਝਾੜੂ ਇੱਕ ਬਾਟਾ ਦੇਈਦਾ, ਕਿ ਆ ਝਾੜੂ ਨਾਲ ਸਫਾਈ ਕਰਨੀ ਹੈ ਤੇ ਬਾਟੇ ਵਿੱਚ ਕੂੜਾ ਹੁੰਜ ਕੇ ਬਾਹਰ ਸੁੱਟਣਾ। ਕਿਉਂਕਿ ਜੇ ਸਕਦਾਰੀ ਤੇ ਕਿਸੇ ਖੁਆਰੀ ਚਾਕਰ ਕਹੇ ਡਰਨਾ, ਚਾਕਰ ਬਣ ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਚਾਕਰ ਹੁੰਦਾ ਜਿਹੜਾ ਚਾਅ ਨਾਲ ਸੇਵਾ ਕਰੇ, ਚਾਅ ਨਾਲ ਸੇਵਾ ਕਰੇ। ਇਸ ਕਰਕੇ ਜੇ ਸੇਵਾਦਾਰ ਬਣ ਕੇ ਚੱਲਾਂਗੇ ਫਿਰ ਤਾਂ ਬਰਕਤ ਪੂਰੀ ਮਿਲੂਗੀ। ਬਾਬਾ ਜਵਾਲਾ ਕਹਿੰਦੇ ਜੇ ਤੁਸੀਂ ਬ੍ਰਹਮਚਾਰੀ ਸਹੀ ਰੱਖਦੇ ਆ, ਚੋਰੀ ਜਾਰੀ ਬਚੇ ਆ, ਤੁਸੀਂ 9 ਮਹਾਂਪੁਰਖਾਂ ਦੀ ਕਮਾਈ ਦਾ ਹਿੱਸਾ ਵਰਤ ਸਕਦੇ ਆ, ਜਿਹੜੇ ਪਹਿਲਾਂ ਹੋ ਚੁੱਕੇ। ਭਾਵੇਂ ਤੁਹਾਡੀ ਆਪਣੀ ਕਮਾਈ ਨਾ ਵੀ ਹੋਵੇ, ਫਿਰ ਵੀ ਕਿਰਪਾ ਰਹਿੰਦੀ ਹੈ। ਪਰ ਸੁਖਦੇਵ ਸੋਹਣੀ ਸੇਵਾ ਵਾਲੇ ਭਾਵ ਵਿੱਚ ਵਰਤਦੇ ਆ।
ਇਵੇਂ ਵਰਤਦੇ ਰਹਿਣ। ਤੇ ਕੁਝ ਪੁਰਾਣੀਆਂ ਪਰੰਪਰਾਵਾਂ ਹਨ, ਉਹਨਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਦੇ ਪਿੱਛੇ ਕੋਈ ਮਹਾਂਪੁਰਖਾਂ ਦੇ ਬਚਨ ਹੁੰਦੇ ਆ, ਉਹਨਾਂ ਬਚਨਾਂ ਦੇ ਪਿੱਛੇ ਕੋਈ ਬਰਕਤ ਹੁੰਦੀ ਹੈ। ਇਸ ਵਾਸਤੇ ਸੰਗਤ ਵੀ ਸੇਵਾ ਜਿੰਨੀ ਮਰਜ਼ੀ ਕਰੋ, ਜਿਵੇਂ ਹੁਣ ਦੇਖੋ ਦੁੱਖ ਭੰਜਨੀ ਬੇਰੀ ਹੈ, ਬਾਬਾ ਬੁੱਢਾ ਸਾਹਿਬ ਦੀ ਲਾਚੀ ਬੇਰੀ ਹੈ, ਸੁੱਖਾ ਸਿੰਘ ਬੇਰੀ ਹੈ, ਮੋਰੇ ਉਦੋਂ ਦਰਬਾਰ ਦੇ ਹਮਲੇ 'ਚ ਕਰੀਰ ਸਾਹਿਬ ਇਮਲੀ ਸਾਹਿਬ ਦਾ ਦਰਖਤ ਬੇਸੁਮਾਰ ਹੋ ਗਿਆ ਸੀ, ਪਰ ਫਿਰ ਵੀ ਪੰਥ ਨੇ ਅਰਦਾਸ ਕਰਕੇ 6ਵੇਂ ਪਾਤਸ਼ਾਹ ਦੀ ਉਸ ਯਾਦਗਾਰ ਵਿੱਚ ਕੋਈ ਇਮਲੀ ਦਾ ਬ੍ਰਿਕਸ਼ ਉੱਥੇ ਲਾਇਆ, ਯਾਦਾਂ ਨੇ। ਇਸ ਵਾਸਤੇ ਇਹਨਾਂ ਬਚਨਾਂ ਵੱਲ ਵੀ ਖਾਸ ਤਵੱਜੋ ਔਰ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਹੋਇਆ ਕਰਦੀ ਹੈ। ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ, ਇਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਇਹਨੀ ਬੀੜਾ ਬਹੁਤ ਤਗੜਾ ਚੁੱਕਿਆ ਤੇ ਇਲਾਕੇ 'ਚ ਪ੍ਰਚਾਰ ਵੀ। ਤੇ ਬਾਬਾ ਹਜ਼ਾਰਾ ਸਿੰਘ ਹੁੰਦੇ ਸੀ ਮਕਸੂਦਪੁਰ, ਕਹਿੰਦੇ ਬਾਬਾ ਮੈਂ ਸੇਵਾ ਤੇ ਕਰਦਾ ਕਥਾ, ਮੈਂ ਕਿਹਾ ਅੱਜ ਤੋਂ ਸ਼ੁਰੂ ਕਰ ਦਿਓ, ਤੁਹਾਨੂੰ ਮਸਕੀਨੀਆਂ ਵਾਂਗੂ ਬਣਾ ਦਿਆਂਗੇ। ਦੇਖ ਲਓ ਕਿੰਨਾ ਬੋਲਣ ਲੱਗ ਪਿਆ ਸੀ, ਪੜਾ ਹੀ ਪਟ ਗਿਆ ਸੀ, ਤੁਹਾਡੇ ਤਾਂ ਗੁਆਂਢੀ ਸੀ ਨਾ, ਬਹੁਤ ਨਤੜ ਬੋਲਦੇ ਸੀ। ਹੁਣ ਬਾਬਾ ਗੁਰਦਿਆਲ ਸਿੰਘ ਜੀ ਵੀ ਸੋਹਣਾ, ਕੀਰਤਨ ਵੀ ਤੇ ਬਚਨ ਵੀ, ਮਹਾਰਾਜ ਕਿਰਪਾ। ਕਿਉਂਕਿ ਜਿਹੜੀ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਬ੍ਰਹਮੇ ਨੇ ਵੇਦ ਲਿਖੇ, ਕਹਿੰਦੇ ਸਿਆਹੀ ਮੰਤਰ ਸ਼ੁੱਧ ਲਿਖੇ ਆ, ਕਹਿੰਦੇ ਸਾਧਾਂ ਦੀ ਜ਼ੁਬਾਨ ਤੇ ਡੋਲਦੇ। ਜਿਹੜੀ ਗੱਲ ਚਾਰ ਵੇਦਾਂ 'ਚ ਨਹੀਂ ਹੋਊਗੀ, ਬੰਦਗੀ ਵਾਲੇ ਸੰਤ ਦੀ ਰਸਨਾ ਤੇ ਹੋਊਗੀ। ਸੋ ਇਸ ਕਰਕੇ ਜਿੰਨੀ ਸੰਗਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਬੋਲਦੇ ਨਾ, ਜੀ ਤੇ ਮਹਾਰਾਜ ਜ਼ਰੂਰ ਨਾਲ ਕਿਹਾ ਕਰੋ, ਇਹ ਬੇਨਤੀ ਜ਼ਰੂਰ ਮੰਨ ਲਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਸ਼ਬਦ ਸਾਰੇ ਬੋਲਿਆ ਕਰੋ, ਅਧੂਰਾ ਨਾਂ ਨਹੀਂ ਲੈਣਾ। ਸੋ ਇਸ ਕਰਕੇ ਜਿੰਨਾ ਸਤਿਕਾਰ ਦਾ ਨਾਂ ਲਵਾਂਗੇ ਉਨੀ ਸਾਨੂੰ ਬਰਕਤ ਮਿਲੇਗੀ। ਸੋ ਇੰਨੀਆਂ ਬੇਨਤੀਆਂ ਤੋਂ ਜਿੰਨੇ ਵੀ ਸਾਡੇ ਪੂਰਵਜ ਮਹਾਂਪੁਰਖ ਹੋ ਚੁੱਕੇ ਹਨ ਤੇ ਗਾਹਾਂ ਹੋਣੇ ਆ, ਉਹਨਾਂ ਸਾਰਿਆਂ ਨੂੰ ਹੀ ਨਮਸਕਾਰ ਆ। ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ। ਕਲਯੁਗ ਦੇ ਤੱਤੇ ਝੋਲੇ ਬਹੁਤ ਚੱਲ ਰਹੇ, ਜ਼ੋਰ ਬਹੁਤ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਬਚਾਉਣ ਤੇ ਆਪਣੀ ਸੇਵਾ ਲੈਂਦੇ ਰਹਿਣ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਮਹਾਂਪੁਰਖਾਂ ਦਾ ਸਾਡੇ ਸਿਰ ਦੇ ਉੱਤੇ ਜਿਹੜਾ ਅਸ਼ੀਰਵਾਦ ਹੈ ਇਸੇ ਹੀ ਤਰ੍ਹਾਂ ਬਣਿਆ ਰਹੇ। ਜਦੋਂ ਮਹਾਂਪੁਰਖਾਂ ਨੂੰ ਮਿਲਣ ਵਾਸਤੇ ਸ੍ਰੀ ਸੁਲਤਾਨਪੁਰ ਦੇ ਵਿੱਚੋਂ ਦੀ ਲੰਘੀ ਦਾ ਤੇ ਮਨ ਜਿਹੜਾ ਉਹ ਉਸੇ ਵੇਲੇ ਮੁੜ ਚੱਲਦਾ ਵੀ ਜਾ ਕੇ ਮਹਾਂਪੁਰਖਾਂ ਦੇ ਦਰਸ਼ਨ ਤੇ ਬਚਨ ਬਿਲਾਸ ਸੁਣ ਕੇ ਆਈਏ। ਕਈ ਵਾਰੀ ਮਹਾਂਪੁਰਖਾਂ ਦੇ ਕੋਲ ਇੱਥੇ ਵੀ ਕਿਤੇ ਟਾਈਮ ਹੋਵੇ ਤੇ ਬਾਬਾ ਜੀ ਦੇ ਕੋਲ ਚਲੇ ਜਾਈਦਾ। ਫਿਰ ਮਹਾਂਪੁਰਖ ਐਸੀ ਨਾਮ ਦੀ ਖੁਮਾਰੀ ਚਾੜਦੇ ਨੇ। ਇੱਕ ਦਿਨ ਬਾਬਾ ਜੀ ਦੇ ਕੋਲ ਗਏ, 3 ਘੰਟੇ ਮਹਾਂਪੁਰਖਾਂ ਨੇ ਬਚਨ ਉਹ ਸੁਣਾਏ ਜਿਹੜੇ ਕਦੀ ਅਸੀਂ ਸਰਵਣ ਨਹੀਂ ਸੀ ਕੀਤੇ। ਏਡੀ ਕਿਰਪਾ ਇਹਨਾਂ ਮਹਾਂਪੁਰਖਾਂ ਦੀ ਸਾਡੇ ਉੱਤੇ। ਬੇਨਤੀ ਵੀ ਕਰਦੇ ਹਾਂ ਮਹਾਂਪੁਰਖਾਂ ਨੂੰ ਸਾਡੇ ਸਿਰ ਦੇ ਉੱਤੇ ਇਸੇ ਹੀ ਤਰ੍ਹਾਂ ਆਪਣਾ ਹੱਥ ਰੱਖਣ। ਇਹਨਾਂ ਮਹਾਂਪੁਰਖਾਂ ਤੇ ਆਇਆਂ ਤੇ ਅਸੀਂ ਜੀ ਆਇਆਂ ਆਖਦੇ ਹਾਂ। ਜਿੰਨੇ ਵੀ ਚਰਨ ਇਹਨਾਂ ਰੱਖੇ ਸਾਡੇ ਸਿਰ ਮੱਥੇ ਤੇ, ਅੱਗੋਂ ਵੀ ਇਸੇ ਹੀ ਤਰ੍ਹਾਂ ਮਹਾਂਪੁਰਖ ਕਿਰਪਾ ਕਰਦੇ ਰਹਿਣ, ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਪਹੁੰਚਦੇ ਰਹਿਣ। ਇਹਨਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਸਾਡੇ ਸਤਿਕਾਰਯੋਗ ਸੰਤ ਬਾਬਾ ਗੇਜਾ ਸਿੰਘ ਜੀ ਉਹਨਾਂ ਮਹਾਂਪੁਰਖਾਂ ਤੋਂ ਵਰਸਾਏ ਸੰਤ ਬਾਬਾ ਗੁਲਜ਼ਾਰ ਸਿੰਘ ਜੀ ਨਾਨਕਸਰ ਜੱਬੋਵਾਲ।